ਜਿੱਥੇ ਆਮ ਆਦਮੀ ਪਾਰਟੀ ਵੱਲੋਂ ਦੂਜੇ ਸੂਬਿਆਂ 'ਚ ਜਾ ਕੇ ਦਾਅਵਾ ਕੀਤਾ ਜਾ ਰਿਹਾ ਕਿ ਜੋ ਪੰਜਾਬ ਵਿੱਚ ਬੇਰੁਜ਼ਗਾਰੀ ਦੂਰ ਕੀਤੀ ਗਈ ਹੈ, ਇੱਥੋਂ ਤੱਕ ਕਿ 20,000 ਤੱਕ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਕੀ ਲੱਗਦਾ ਇਹ ਮਿਲੀਆਂ ਨੌਕਰੀਆਂ? ਨਹੀਂ ਸਰ, ਸਾਡੀ ਨਿਗਾਹ ਦੇ ਵਿੱਚ ਤਾਂ ਨੌਕਰੀ ਮਿਲੀ ਨਹੀਂ। ਇਹ ਸਿਰਫ ਝੂਠੇ ਪ੍ਰਚਾਰ ਕਰ ਰਹੇ ਨੇ ਵੀ ਤੇਰਾ ਤਾਂ ਦੇਸ਼ ਲਈ ਕੀ ਯੋਗਦਾਨ ਹੈ, ਸਾਡਾ ਤਾਂ ਫੇਰ ਵੀ ਯੋਗਦਾਨ ਹੈ। ਅਸੀਂ ਦੇਸ਼ ਲਈ ਬਾਰਡਰਾਂ ਤੇ ਰਹੇ ਹਾਂ। ਭਗਵੰਤ ਮਾਨ ਦਾ ਕੀ ਯੋਗਦਾਨ ਹੈ? ਪਹਿਲਾਂ ਭਗਵੰਤ ਮਾਨ ਵਿਰੋਧੀ ਹੋਣ ਦੇ ਕਾਰਨ ਕਹਿੰਦਾ ਹੁੰਦੀ ਸੁੱਖਾ ਅਮਲੀ, ਇਹ ਨਸ਼ੇ ਦੇ ਵਿੱਚ ਕੁਝ ਵੀ ਬੋਲ ਸਕਦਾ ਹੈ। ਇਹ ਦਾਰੂ ਦੇ 2 ਪੈਗ ਪੀ ਕੇ ਰਾਤ ਨੂੰ ਸਕੀਮ ਇਹ ਭੰਗ ਕਰ ਸਕਦਾ, ਇਸ ਤੋਂ ਵੀ ਖਤਰਨਾਕ ਹੈ। ਉਹ ਇਹੀ ਕਾਰਨ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਸਾਨੂੰ ਲੋਕ ਸਵਾਲ ਜਵਾਬ ਕਰਨਗੇ। ਉੱਥੋਂ ਮੌਕੇ ਤੇ ਹੀ ਪਾਸਾ ਵੱਟ ਕੇ ਮੀਤ ਹਜ਼ਾਰ ਨੂੰ ਭੇਜਤਾ ਜੀ ਇਹਨਾਂ ਨੇ ਵੀ ਸਾਨੂੰ ਉੱਥੇ ਜਵਾਬ ਦੇਣਾ ਔਖਾ ਹੋਊਗਾ। ਉਦੋਂ ਤਾਂ ਇਹ ਕਹਿੰਦੇ ਸੀ ਸਾਡੀ ਸਰਕਾਰ ਸੱਤ ਤੋਂ ਚੱਲੂਗੀ, ਉਹਨਾਂ ਦੀ ਸਟੇਜ ਤੋਂ ਵੀ ਨਹੀਂ ਚੱਲ ਰਹੀ। ਇਹਦਾ ਜਵਾਬ ਕੌਣ ਦੇਊਗਾ ਜੀ? ਆਮ ਆਦਮੀ ਸਰਕਾਰ ਕਿੱਥੇ? ਤਾਂ ਖਾਸ ਆਦਮੀ ਸਰਕਾਰ ਹੋਣੀ। ਪੂਰੇ ਜਾਂਦੇ ਵੀ ਸੀਐਮ ਸਾਹਿਬ ਜਿਹੜੇ ਭਗਵੰਤ ਮਾਨ ਸਾਹਿਬ ਨੇ, ਪੰਜਾਬ ਦੇ ਸੀਐਮ ਸਾਹਿਬ, ਕਿ ਹਰ ਕਿਸੇ ਦੀ ਗੱਡੀ ਰੋਕ ਕੇ ਗੱਲ ਸੁਣਨਗੇ। ਅੱਜ ਅਸੀਂ ਫੌਜੀਆਂ ਨੂੰ ਸਾਨੂੰ ਪਤਾ ਨਹੀਂ ਕਿੰਨੇ ਕੁ ਵਾਰੀ ਟਾਈਮ ਦੇ ਚੁੱਕੇ ਨੇ ਗੱਲ ਕਰਨ ਦਾ, ਲੇਕਿਨ ਸਾਡੀ ਗੱਲ ਨਹੀਂ ਸੁਣੀ। ਅਸੀਂ ਸਿਰਫ ਇੱਕੋ ਹੀ ਗੱਲ ਕਰਨੀ ਚਾਹੁੰਦੇ ਹਾਂ ਸੀਐਮ ਸਾਹਿਬ ਨਾਲ ਕਿ ਜਿਹੜੀ ਤੁਸੀਂ ਇਹ ਜੀਓਜੀ ਸੰਸਥਾ ਭੰਗ ਕੀਤੀ ਹੈ, ਕਿਉਂ ਕੀਤੀ ਗਈ ਹੈ, ਇਹਦਾ ਕਾਰਨ ਕੀ ਹੈ, ਕਮੀ ਕੀ ਹੈ। ਅਸੀਂ ਕੈਪਟਨ ਸਰਕਾਰ ਸਮੇਂ ਦੇਖਿਆ ਸੀਗਾ ਕਿ ਜਿਹੜੇ ਪਿੰਡਾਂ ਵਿੱਚ ਜਿਹੜੀਆਂ ਪੰਚਾਇਤਾਂ ਚੱਲ ਰਹੀਆਂ ਸੀ, ਉਸ ਦੌਰਾਨ ਜਿਹੜਾ ਨਰੇਗਾ ਦਾ ਕੰਮ ਸੀਗਾ ਜਾਂ ਡਿਪੂ ਹੋਲਡਰਾਂ ਦਾ ਕੰਮ ਸੀਗਾ, ਉਸ ਨੂੰ ਜਿਹੜਾ ਸਾਫ਼ ਸੁਥਰਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਤੌਰ ਉਹਨਾਂ ਨੇ ਵੱਡਾ ਜਿਹੜਾ ਇੱਕ ਨਵੀਂ ਪੋਸਟ ਕ੍ਰੀਏਟ ਕੀਤੀ ਸੀ, ਜਿਨ੍ਹਾਂ ਨੂੰ GOG ਕਿਹਾ ਜਾਂਦਾ ਸੀਗਾ। ਅਤੇ ਉਹਨਾਂ ਦੀ ਜਿਹੜੇ ਪੋਸਟ ਸੀ, ਉਹਨਾਂ ਨੇ ਜੋ ਪਿੰਡਾਂ ਵਿੱਚ ਕੰਮ ਕੀਤਾ ਅਤੇ ਸਾਬਕਾ ਫੌਜੀ ਇਸ ਵਿੱਚ ਰੱਖੇ ਗਏ ਸੀਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਖੁਦ ਫੌਜ ਵਿੱਚ ਲਾ ਕੇ ਆਏ ਨੇ ਅਤੇ ਕੈਪਟਨ ਰਿਟਾਇਰ ਹੋਏ ਸੀ। ਇਸ ਦੌਰਾਨ ਹੀ ਉਹਨਾਂ ਨੇ ਕਿਤੇ ਨਾ ਕਿਤੇ ਭਰੋਸਾ ਜਤਾਇਆ ਸੀਗਾ ਕਿ ਇਹ ਪੰਜਾਬ ਦੇ ਹਾਲਾਤ ਨੇ ਉਹ ਸਾਬਕਾ ਫੌਜੀ ਸਹੀ ਕਰ ਸਕਦੇ ਨੇ, ਜਿਸ ਦੇ ਚੱਲਦੇ ਉਹਨਾਂ ਨੇ GOG ਦੀ ਜੋ ਪੋਸਟ ਕ੍ਰੀਏਟ ਕੀਤੀ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਆਪ ਸਰਕਾਰ ਆਈ ਹੈ ਅਤੇ ਅੱਜ ਉਹਨਾਂ ਨੂੰ ਕਿਹੜੀਆਂ ਸਮੱਸਿਆ ਆ ਗਈਆਂ ਅਤੇ ਉਹ ਅੱਜ ਧਰਨੇ ਲਗਾ ਰਹੇ ਨੇ। ਹਾਂਜੀ ਸਰ, ਅੱਜ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ, ਕੀ ਆਸ ਲੈ ਕੇ ਪਹੁੰਚੇ ਸੀ? ਹਾਂਜੀ, ਮੇਰਾ ਨਾਮ ਹੈ ਸੂਬੇਦਾਰ ਮੇਜਰ ਅਮਰੀਕ ਸਿੰਘ, ਮੇਰਾ ਪਿੰਡ ਝਾੜਵਾ ਹੈ ਜੀ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਹੈ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ TV ਚੈਨਲ ਦਾ, ਜਿਨ੍ਹਾਂ ਨੇ ਸਾਨੂੰ ਬੋਲਣ ਦਾ ਅਤੇ ਸਾਡੀ ਗੱਲ ਨੂੰ ਅੱਗੇ ਪਹੁੰਚਾਉਣ ਦਾ ਮੌਕਾ ਦਿੱਤਾ ਹੈ ਜੀ। ਇਹ ਕੈਪਟਨ ਸਰਕਾਰ ਵੱਲੋਂ ਸਾਡੇ GOG ਇੱਕ ਸਕੀਮ ਚਲਾਈ ਗਈ ਸੀ। ਇਸ ਸਕੀਮ ਦੇ ਵਿੱਚ ਸਾਡੇ ਕੋਲ 26 ਸਕੀਮਾਂ ਸੀਗੀਆਂ, ਜੋ ਕਿ ਲੋਕਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਨਹੀਂ ਸੀ ਸੁਣੀ ਜਾਂਦੀਆਂ, ਜਿਹੜੀ ਜ਼ੀਰੋ ਲੈਵਲ ਦੀਆਂ ਗਰੀਬ ਲੋਕਾਂ ਦੀਆਂ, ਕੋਈ ਆਟਾ ਦਾਲ ਸਕੀਮ ਦੀ, ਕਿਸੇ ਦੀ ਪੈਨਸ਼ਨ ਦੀ, ਕਿਸੇ ਦੇ ਬੱਚਿਆਂ ਦੇ ਵਜ਼ੀਫੇ ਦੀ, ਕੋਈ ਵਾਰ ਵਿਡੋ ਦੀ, ਕੋਈ ਵਿਡੋ ਪੈਨਸ਼ਨ, ਜਿਵੇਂ ਕੋਈ ਵਿਧਵਾ ਪੈਨਸ਼ਨ, ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਸੀ ਜਿਹੜੀ ਕਿ ਕੋਈ ਨਹੀਂ ਸੀ ਸੁਣਦਾ, ਉਹ ਪ੍ਰੋਬਲਮਾਂ ਨੂੰ ਅਸੀਂ ਸੁਣ ਕੇ ਹੱਲ ਕਰਕੇ ਨੋਟ ਕਰਕੇ ਅੱਗੇ ਹਰ ਮਹਿਕਮੇ 'ਚ ਹਰ ਤਰ੍ਹਾਂ ਦਾ ਪਹੁੰਚਾਉਂਦੇ ਸੀ। ਚਾਹੇ ਕਿਸੇ ਨੂੰ ਉਸ ਸਮੇਂ ਸੁਧਾਰ ਹੋਇਆ ਸੀਗਾ ਜਿਹੜੇ ਪਿੰਡਾਂ ਵਿੱਚ? ਉਸ ਟਾਈਮ ਦੇ ਉੱਤੇ ਸਰ ਬਹੁਤ ਜ਼ਿਆਦਾ ਸੁਧਾਰ ਹੋਇਆ, ਔਰ ਜਿਹੜੀ ਪਬਲਿਕ ਆ ਉਹ ਬਹੁਤ ਜ਼ਿਆਦਾ ਖੁਸ਼ ਹੈ। ਹੁਣ ਵੀ ਪਿੰਡਾਂ ਦੇ ਵਿੱਚ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ, ਲੋਕ ਸਾਨੂੰ ਆਵਾਜ਼ਾਂ ਮਾਰ ਕੇ ਪੁੱਛਦੇ ਨੇ। ਅਜਿਹੇ ਹਾਲਾਤ ਕੀ ਹੋ ਗਏ ਕਿ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰ ਰਹੇ ਸੀ, ਅੱਜ ਉਹਨਾਂ ਨੂੰ ਸਮੱਸਿਆ 'ਚ ਪਾ ਦਿੱਤਾ ਆਪ ਸਰਕਾਰ ਨੇ? ਇਹਦੇ ਵਿੱਚ ਇਹ ਹੈ ਜੀ ਕਿ ਜਿਹੜੇ ਇਹਨਾਂ ਦੇ ਮੂਹਰੇ ਲਾਏ ਹੋਏ ਨੇ ਲੀਡਰ ਬਣਾ ਕੇ, ਜਿਹੜੇ ਚੌਧਰੀ ਬਣਾਏ ਹੋਏ ਨੇ, ਮਤਲਬ ਕਿ ਆਪਾਂ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕੜਾਮ ਚੌਧਰੀ, ਉਹਨਾਂ ਦੀ ਚੌਧਰ ਨਹੀਂ ਹੁੰਦੀ ਲੋਕਾਂ ਤੇ, ਉਹ ਆਪਣੀ ਚੌਧਰ ਦਿਖਾਉਣੀ ਚਾਹੁੰਦੇ ਆ। ਸਿਰਫ ਇਹ ਕੰਮ ਹੈ ਕਿ ਜਿਹੜੇ GOG ਆ ਉਹ ਨਾ ਕੰਮ ਕਰਨ, ਅਸੀਂ ਕੰਮ ਕਰਕੇ ਇਹ ਦਿਖਾਈਏ ਕਿ ਅਸੀਂ ਕੰਮ ਕਰਦੇ ਹਾਂ, ਪਰ ਕੰਮ ਕਿਸੇ ਦਾ ਨਹੀਂ ਹੋ ਰਿਹਾ, ਕੋਈ ਕੰਮ ਨਹੀਂ ਕਰ ਰਿਹਾ। ਆਮ ਆਦਮੀ ਪਾਰਟੀ ਦਾ ਕਹਿ ਰਹੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਪਰ ਤੁਸੀਂ ਕਹਿ ਰਹੇ ਹੋ ਕਿ ਕੜਾਮ ਚੌਧਰੀ ਆ ਜਿਹੜੇ ਹਾਲੇ ਵੀ ਉਹਨਾਂ ਦੇ ਕਾਬਜ ਹੋਣਾ ਚਾਹ ਰਹੇ ਆ। ਕੀ ਕਰ? ਬਿਲਕੁਲ ਜੀ, ਆਪਣੇ ਅੰਡਰ ਰੱਖਣਾ ਚਾਹ ਰਹੇ ਨੇ ਪਬਲਿਕ ਨੂੰ। ਕੋਈ ਕੰਮ ਨਹੀਂ ਹੋਇਆ ਪਹਿਲਾਂ ਜੋ ਵੀ ਵਾਅਦੇ ਹੋਏ ਸੀ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਇੱਕ ਤਾਂ ਔਰਤਾਂ ਨਾਲ ਵਾਅਦਾ ਹੋਇਆ ਸੀ ਕਿ 1000 ਰੁਪਇਆ ਮਹੀਨਾ ਆਊਗਾ, ਹਰ ਕਿਸੇ ਦੇ ਖਾਤੇ 'ਚ ਕੁਛ ਨਹੀਂ ਆਇਆ। ਬੱਸਾਂ ਦੇ ਵਿੱਚ ਬੁਰਾ ਹਾਲ ਹੈ, ਸਰਕਾਰੀ ਬੱਸਾਂ ਨਹੀਂ ਮਿਲਦੀਆਂ, ਜੇਕਰ ਟਿਕਟ ਭਰੀ ਹੈ ਜਨਾਨੀਆਂ ਦਾ ਤਾਂ ਉਹ ਕਈ ਘੰਟੇ ਅੱਡਿਆਂ ਦੇ ਬੱਸ ਸਟੈਂਡਾਂ 'ਤੇ ਖੜ੍ਹੇ ਰਹਿੰਦੇ ਨੇ। ਦੂਸਰਾ ਜਿਹੜਾ ਰਾਸ਼ਨ ਹੈ ਮਿਲਦਾ ਲੋਕਾਂ ਨੂੰ ਕਾਰਡਾਂ ਦੇ ਉੱਤੇ, ਅੱਜ ਵੀ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਚੈੱਕ ਕਰੋ, ਉਹਨਾਂ ਲੋਕਾਂ ਦੇ ਕਾਰਡ ਬਣੇ ਹੋਏ ਨੇ ਜਿਹੜੇ ਕੋਠੀਆਂ, ਕਾਰਾਂ, ਜ਼ਮੀਨਾਂ, ਰਬਿਆਂ ਦੇ ਮਾਲਕ ਹੈ, ਲੇਕਿਨ ਜਿਹੜੇ ਗਰੀਬ ਹੈ ਉਹ ਹਜੇ ਤੱਕ ਵਾਂਝੇ ਨੇ। ਤੁਸੀਂ ਉਸ ਟਾਈਮ ਸੀਗੇ, ਤੁਸੀਂ ਉਹ ਕਿਉਂ ਨਹੀਂ ਉਹ ਕਰਿਆ ਜੀ? ਅਸੀਂ ਬਿਲਕੁਲ ਕੀਤਾ ਜੀ, ਐਕਸ਼ਨ ਕੀਤਾ, ਲੇਕਿਨ 100% ਐਕਸ਼ਨ ਤਾਂ ਅਜੇ ਤੱਕ ਨਹੀਂ ਹੋਇਆ। ਉਹਨੇ ਚਿਰ ਨੂੰ ਐਕਸ਼ਨ ਹੋ ਰਿਹਾ ਸੀ, ਹੁੰਦੇ ਐਕਸ਼ਨ GOG ਸੰਸਥਾ ਨੂੰ ਭੰਗ ਕਰ ਦਿੱਤਾ ਗਿਆ। ਇਹ ਸੰਸਥਾ ਇਸ ਤਰੀਕੇ ਨਾਲ ਭੰਗ ਕੀਤੀ ਗਈ ਹੈ ਸਰ ਕਿ ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ GOG ਨੂੰ ਭੰਗ ਕਰ ਰਹੇ ਆ, ਕਿਉਂ ਕਰ ਰਹੇ ਆ ਜੀ। ਅਜੇ ਸਾਨੂੰ ਇਹਨਾਂ ਨੇ, ਇਹ ਸਰਕਾਰ ਨੇ ਇਹ ਗੱਲ ਕਹਿ ਕੇ ਕੀਤਾ ਭੰਗ ਕਿ ਜਿਹੜੇ ਫੌਜੀ ਉਹ ਆਪਣੇ ਕੰਮ ਦੇ ਵਿੱਚ ਅਸਫਲ ਹੈ। ਅਗਰ ਫੌਜੀ ਆਪਣੇ ਕੰਮ ਦੇ ਵਿੱਚ ਅਸਫਲ ਹੈ ਤਾਂ ਫੌਜੀ ਦੇਸ਼ ਕਿਵੇਂ ਬਚਾ ਰੱਖਿਆ ਜੀ? ਇਹ ਹਿੰਦੁਸਤਾਨ ਦੇਸ਼ ਫੌਜ ਨੇ ਬਚਾਇਆ ਹੋਇਆ। ਅਸੀਂ ਸਾਬਕਾ ਸੈਨਿਕਾਂ ਸਾਰੇ ਫੌਜੀ ਹਾਂ। ਅੱਜ ਤੱਕ ਜਿੰਨੀ ਵੀ ਫੌਜ ਦੀਆਂ ਜੋ ਵੀ ਕਾਰਵਾਈਆਂ ਹੋਈਆਂ ਨੇ, ਅੱਜ ਵਰਲਡ ਦੇ ਵਿੱਚ ਹਿੰਦੁਸਤਾਨ ਫੌਜ ਹੈ ਜਿਹੜੀ ਉਹ 1 ਨੰਬਰ 'ਤੇ ਮੰਨੀ ਜਾਂਦੀ ਹੈ। ਉਹ ਜਿਹੜਾ ਇਹ ਸ਼ਬਦ ਕਹਿ ਰਿਹਾ ਕਿ ਹਿੰਦੁਸਤਾਨ ਦੀ ਫੌਜ ਅਸਫਲ ਹੈ, ਉਹਦੇ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਜੀ। ਸੋ ਤੁਸੀਂ ਦੇਖਿਆ ਕਿ ਜਿਹੜੇ ਫੌਜੀ ਰਿਟਾਇਰ ਨੇ, ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਅਸਫਲ ਤੱਕ ਦੇ ਜਿਹੜੇ ਸ਼ਬਦ ਵਰਤੇ ਜਾ ਰਹੇ ਨੇ ਉਹਨਾਂ ਲਈ। ਸੋ ਇੱਕ ਹੋਰ ਭਾਜੀ ਸਾਡੇ ਨਾਲ ਨੇ, ਉਹਨਾਂ ਤੋਂ ਗੱਲਬਾਤ ਕਰਾਂਗੇ। ਤੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਦੂਜੇ ਸੂਬਿਆਂ 'ਚ ਜਾ ਕੇ ਦਾਅਵਾ ਕੀਤਾ ਜਾ ਰਿਹਾ ਕਿ ਜੋ
ਪੰਜਾਬ ਵਿੱਚ ਬੇਰੁਜ਼ਗਾਰੀ ਦੂਰ ਕੀਤੀ ਗਈ ਹੈ, ਇੱਥੋਂ ਤੱਕ ਕਿ 20,000 ਤੱਕ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਕੀ ਲੱਗਦਾ ਇਹ ਮਿਲੀਆਂ ਨੌਕਰੀਆਂ? ਨਹੀਂ ਸਰ, ਸਾਡੀ ਨਿਗਾਹ ਦੇ ਵਿੱਚ ਤਾਂ ਨੌਕਰੀ ਮਿਲੀ ਨਹੀਂ। ਇਹ ਸਿਰਫ ਝੂਠੇ ਪ੍ਰਚਾਰ ਕਰ ਰਹੇ ਨੇ। ਤੁਸੀਂ ਕਿਸੇ ਕੋਲੇ ਵੀ ਜਾ ਕੇ ਦੇਖੋ, ਕਿਸੇ ਨੂੰ ਇਸ ਤਰ੍ਹਾਂ ਦਾ 4300 ਜੀਓ ਕੱਢ ਦਿੱਤਾ ਗਿਆ ਜੀ। 4300 GOG ਕੱਢ ਦਿੱਤਾ ਗਿਆ, ਜੋ ਕਿ ਇੱਕ ਸਿਪਾਹੀ ਤੋਂ ਲੈ ਕੇ ਜਰਨਲ ਸਾਹਿਬ ਤੱਕ ਸਾਰੇ ਅਧਿਕਾਰੀ ਇਸ 'ਚ ਸ਼ਾਮਲ ਸੀਗੇ। ਪਲ ਪਲ ਦੀ ਰਿਪੋਰਟ CM ਦਫ਼ਤਰ ਨੂੰ ਅਸੀਂ ਪੋਰਟਲ ਰਾਹੀਂ ਭੇਜਦੇ ਸੀ ਆਨਲਾਈਨ। ਸਾਡੇ ਵਿੱਚ ਕੋਈ ਸਪੀਡ ਬ੍ਰੇਕਰ ਨਹੀਂ ਸੀ, ਨਾ SDM DC ਦਾ ਸਾਡੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ। ਕੋਈ ਵੀ ਸਮੱਸਿਆ ਗਰਾਊਂਡ ਲੈਵਲ ਦੀ ਹੁੰਦੀ ਸੀ, ਡਾਇਰੈਕਟ CM ਦਫ਼ਤਰ ਜਾਂਦੀ ਸੀ, ਉੱਥੇ ਉਹਦੀ ਚੈਕਿੰਗ ਹੁੰਦੀ ਸੀ। ਉਸ ਤੋਂ ਬਾਅਦ ਡਿਪਾਰਟਮੈਂਟ ਨੂੰ ਲੈਟਰ ਕੱਢ ਕੇ ਉੱਤੇ ਗੌਰ ਕੀਤੀ ਜਾਂਦੀ ਸੀ। 100% ਨਹੀਂ ਹੋਇਆ। ਇਹ ਮਹਿਕਮੇ ਦੀ ਗਲਤੀ ਹੈ, ਨਾ ਕਿ ਸਾਬਕਾ ਫੌਜੀਆਂ ਦੀ। ਸਾਡਾ ਕੰਮ ਸੀ ਨਿਗਾਹ ਦੇ ਵਿੱਚ ਲਿਆਉਣਾ, ਨਾ ਕਰਨਾ ਕੰਮ ਸੀ ਸਾਡਾ, ਨਾ ਕਰਵਾਉਣਾ ਕੰਮ ਸੀ। ਇਹ ਕੰਮ ਕਰਨਾ ਸੀ ਮਹਿਕਮਿਆਂ ਦਾ। ਅੱਜ ਦੇ ਹਾਲਾਤ ਇਹ ਨੇ, ਇੱਕ ਪੰਜਾਬ ਪੁਲਿਸ ਨੂੰ ਛੱਡ ਕੇ ਸਾਰੇ ਲੋਕ ਧਰਨੇ 'ਤੇ ਬੈਠੇ ਨੇ। ਉਹ ਵੀ ਪੰਜਾਬ ਪੁਲਿਸ ਇਸ ਲਈ ਧਰਨੇ 'ਤੇ ਨਹੀਂ ਬੈਠੀ ਕਿ ਉਹ ਉਹਨਾਂ ਦੇ ਨਾਲ ਘੁੰਮ ਰਹੀ ਹੈ ਜੀ। ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਇਸ ਸਮਾਗਮ 'ਚ ਪਹੁੰਚਣਾ ਸੀ, ਪਰ ਉਹਨਾਂ ਦਾ ਅਚਾਨਕ ਹੀ ਦੌਰਾ ਰੱਦ ਹੋ ਗਿਆ। ਕੀ ਲੱਗ ਰਿਹਾ, ਕੀ ਕਾਰਨ ਰਹੇ ਹੋਣੇ? ਉਹ ਇਹੀ ਕਾਰਨ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਸਾਨੂੰ ਲੋਕ ਸਵਾਲ ਜਵਾਬ ਕਰਨਗੇ। ਉੱਥੋਂ ਮੌਕੇ 'ਤੇ ਹੀ ਪਾਸਾ ਵੱਟ ਕੇ ਮੀਤ ਹਜ਼ਾਰ ਨੂੰ ਭੇਜਤਾ ਜੀ ਇਹਨਾਂ ਨੇ, ਵੀ ਸਾਨੂੰ ਉੱਥੇ ਜਵਾਬ ਦੇਣਾ ਔਖਾ ਹੋਊਗਾ। ਉਦੋਂ ਤਾਂ ਇਹ ਕਹਿੰਦੇ ਸੀ ਸਾਡੀ ਸਰਕਾਰ 7 ਤੋਂ ਚੱਲੂਗੀ, ਉਹਨਾਂ ਦੀ ਸਟੇਜ ਤੋਂ ਵੀ ਨਹੀਂ ਚੱਲ ਰਹੀ। ਇਹਦਾ ਜਵਾਬ ਕੌਣ ਦੇਊਗਾ ਜੀ? ਆਮ ਆਦਮੀ ਸਰਕਾਰ ਕਿੱਥੋਂ ਦਾ ਖਾਸ ਆਦਮੀ ਸਰਕਾਰ ਹੋ ਗਈ ਜੀ। ਇਹਦਾ ਸਾਡੇ ਕੋਲ ਇੱਕ ਜਵਾਬ ਹੋਰ ਹੈ ਜੀ। ਇਹ ਜਿਵੇਂ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜੋ ਸਰਕਾਰ ਹੈ ਸੱਥਾਂ ਦੇ ਵਿੱਚ ਚਲਾਵਾਂਗੇ, ਆਮ ਲੋਕਾਂ ਦੇ ਵਿੱਚ ਚਲਾਵਾਂਗੇ। ਤੁਰੇ ਜਾਂਦੇ ਵੀ CM ਸਾਹਿਬ ਜਿਹੜੇ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ CM ਸਾਹਿਬ, ਕਿ ਹਰ ਕਿਸੇ ਦੇ ਗੱਡੀ ਰੋਕ ਕੇ ਗੱਲ ਸੁਣਨਗੇ। ਅੱਜ ਅਸੀਂ ਫੌਜੀਆਂ ਨੂੰ ਸਾਨੂੰ ਪਤਾ ਨਹੀਂ ਕਿੰਨੇ ਕੁ ਵਾਰੀ ਟਾਈਮ ਦੇ ਚੁੱਕੇ ਨੇ ਗੱਲ ਕਰਨ ਦਾ, ਲੇਕਿਨ ਸਾਡੀ ਗੱਲ ਨਹੀਂ ਸੁਣੀ। ਅਸੀਂ ਸਿਰਫ ਇੱਕੋ ਹੀ ਗੱਲ ਕਰਨੀ ਚਾਹੁੰਦੇ ਹਾਂ CM ਸਾਹਿਬ ਨਾਲ ਕਿ ਜਿਹੜੀ ਤੁਸੀਂ ਇਹ GOG ਸੰਸਥਾ ਭੰਗ ਕੀਤੀ ਹੈ, ਕਿਉਂ ਕੀਤੀ ਗਈ ਹੈ, ਇਹਦਾ ਕਾਰਨ ਕੀ ਹੈ, ਕਮੀ ਕੀ ਹੈ? ਕਿਉਂਕਿ ਅਸੀਂ ਰਿਪੋਰਟਾਂ ਪਾਉਂਦੇ ਸੀ, ਸਾਡੀਆਂ ਜਿਹੜੀਆਂ ਰਿਪੋਰਟਾਂ ਸੀਗੀਆਂ ਪਤਾ ਨਹੀਂ ਕਿੱਥੇ ਵਿੱਚ ਰਸਤੇ ਦੇ ਵਿੱਚ ਕਿੱਥੇ ਖਤਮ ਹੋ ਜਾਂਦੀ ਸੀ। ਉਹ ਰਿਪੋਰਟ ਜਿਹੜੀ ਅਸਲੀ ਮਹਿਕਮੇ ਕੋਲ ਜਾਂ ਇੰਚਾਰਜ ਕੋਲ, ਜਿਹੜਾ ਜ਼ਿੰਮੇਵਾਰ ਬੰਦਾ ਹੈ, ਜਿਹਦੇ ਕੋਲ ਪਹੁੰਚਣੀ ਚਾਹੀਦੀ, ਜਿਹੜਾ ਵੀ ਕਿਸੇ ਨੂੰ ਵੀ ਚੀਜ਼ ਨੂੰ ਹੈਂਡਲ ਕਰ ਰਿਹਾ। ਮੰਨ ਲਓ ਐਜੂਕੇਸ਼ਨ ਦੀ ਰਿਪੋਰਟ ਹੈ, ਉਹ ਬੱਚਿਆਂ ਨੂੰ ਵਜ਼ੀਫਾ ਨਹੀਂ ਮਿਲਦਾ, ਜਾਂ ਕਾਪੀਆਂ ਕਿਤਾਬਾਂ ਨਹੀਂ ਮਿਲ ਰਹੀਆਂ, ਵਰਦੀਆਂ ਨਹੀਂ ਮਿਲ ਰਹੀਆਂ, ਰਾਸ਼ਨ ਨਹੀਂ ਆ ਰਿਹਾ, ਮਿਡ ਡੇ ਮੀਲ ਨਹੀਂ ਆ ਰਿਹਾ ਸਕੂਲਾਂ ਦੇ ਵਿੱਚ, ਉਹ ਰਿਪੋਰਟ ਉੱਥੇ ਤੱਕ ਕਿਉਂ ਨਹੀਂ ਜਾ ਰਹੀ? ਉਹ ਰਿਪੋਰਟ ਛਪਾਈ ਜਾ ਰਹੀ ਹੈ ਤੇ ਕਿਉਂ ਛਪਾਈ ਜਾ ਰਹੀ ਹੈ? ਜਿਹੜੀ ਅਸੀਂ ਰਿਪੋਰਟ ਭੇਜ ਰਹੇ ਹਾਂ ਸਰ, ਅੱਗੇ ਭੇਜਣੀ ਚਾਹੁੰਦੇ ਹਾਂ, ਉਹ ਰਿਪੋਰਟ ਸਾਡੀ ਫਾਰਵਰਡ ਕਿਉਂ ਨਹੀਂ ਹੁੰਦੀ? ਜੇਕਰ ਗੱਲ ਕਰੀਏ ਤਾਂ ਪਿਛਲੇ ਸਮੇਂ ਤੋਂ ਕਾਫੀ ਤੁਸੀਂ ਸੰਘਰਸ਼ ਵਿੱਢਿਆ ਹੋਇਆ, ਤੇ ਕਈ ਜਗ੍ਹਾ ਜਿਵੇਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀਆ, ਉਹਨਾਂ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ। ਆਉਣ ਵਾਲੇ ਦਿਨਾਂ 'ਚ ਜੇਕਰ ਤੁਹਾਡਾ ਹੱਲ ਨਹੀਂ ਹੋਇਆ ਤਾਂ ਤੁਹਾਡਾ ਕੀ ਐਕਸ਼ਨ ਹੋਊਗਾ ਜੀ? ਸੰਘਰਸ਼ ਇਸ ਤੋਂ ਵੀ ਤੇਜ਼ ਕੀਤਾ ਜਾਊਗਾ ਜੀ। ਪਹਿਲਾਂ ਭਗਵੰਤ ਮਾਨ ਵਿਰੋਧੀ ਹੋਣ ਦੇ ਕਾਰਨ ਕਹਿੰਦਾ ਹੁੰਦੇ ਸੁੱਖਾ ਅਮਲੀ, ਇਹ ਨਸ਼ੇ ਦੇ ਵਿੱਚ ਕੁਝ ਵੀ ਬੋਲ ਸਕਦਾ ਹੈ। ਇਹ ਦਾਰੂ ਦੇ 2 ਪੈਗ ਪੀ ਕੇ ਰਾਤ ਨੂੰ ਸਕੀਮੇ ਭੰਗ ਕਰ ਸਕਦਾ। ਇਸ ਤੋਂ ਵੀ ਖਤਰਨਾਕ ਹੈ। ਤੁਸੀਂ CM ਸਾਹਿਬ ਬਾਰੇ ਇਹ ਸ਼ਬਦ ਵਰਤ ਰਹੇ ਹੋ, ਕੀ ਲੱਗਦਾ ਤੁਹਾਨੂੰ? ਸਾਡੀ ਬੇਇੱਜ਼ਤੀ ਕੀਤੀ ਹੈ ਜੀ, ਸਾਬਕਾ ਫੌਜੀਆਂ ਦੀ ਬੇਇੱਜ਼ਤੀ ਕੀਤੀ। ਇਹਦਾ ਮਤਲਬ ਅਸੀਂ ਡਿਊਟੀ ਕਰਨ ਦੇ ਵਿੱਚ ਅਸਫਲ ਹਾਂ। ਇਹ ਕਹਿੰਦੇ ਨੇ ਵੀ ਤੇਰਾ ਤਾਂ ਦੇਸ਼ ਲਈ ਕੀ ਯੋਗਦਾਨ ਹੈ, ਸਾਡਾ ਤਾਂ ਫੇਰ ਵੀ ਯੋਗਦਾਨ ਹੈ। ਅਸੀਂ ਦੇਸ਼ ਲਈ ਬਾਰਡਰਾਂ ਤੇ ਰਹੇ ਹਾਂ। ਭਗਵੰਤ ਮਾਨ ਦਾ ਕੀ ਯੋਗਦਾਨ ਹੈ? ਇੱਕ ਆਟਾ ਘਰ ਆਟਾ ਵਾਲੀ ਸਕੀਮ ਬਣਾਈ ਸੀ, ਉਹ ਕਿਵੇਂ ਲੱਗੀ ਤੁਹਾਨੂੰ? ਉਹਦੇ 'ਚ ਫੇਲ ਹੈ ਜੀ। ਉਹਦੇ ਵਿੱਚ ਵੀ ਘਪਲਾ ਹੋਇਆ 2-3 ਕਰੋੜ ਰੁਪਏ ਦਾ। ਉਹ ਪਹਿਲੀ ਕੰਪਨੀ ਤੋਂ ਲੈ ਕੇ ਖਾ ਕੇ ਸਕੀਮ ਫੇਲ ਕਰਤੀ ਜੀ। ਸੋ ਇੱਕ ਹੋਰ ਫੌਜੀ ਸਾਹਿਬ ਨੇ ਸਾਡੇ ਨਾਲ ਸਾਬਕਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕੀ ਲੱਗ ਰਿਹਾ ਹੈ ਕਿ ਸਰਕਾਰ ਪਾਲਿਸੀ ਬਣਾ ਰਹੀ ਹੈ, ਜਾਂ ਤਾਂ ਉਹ ਪਾਸ ਹੀ ਨਹੀਂ ਹੁੰਦੀ ਜਾਂ ਪਹਿਲਾਂ ਹੀ ਕਮਜ਼ੋਰ ਰਹਿ ਜਾਂਦੀ ਹੈ? ਕੀ ਕਾਰਨ ਹੈ ਜੀ? ਮੈਂ ਕੈਪਟਨ ਰਤੀ ਰਾਮ ਸ਼ਰਮਾ, ਜ਼ਿਲ੍ਹਾ ਤਹਿਸੀਲ ਪਟਿਆਲਾ। ਸਰ, ਪਹਿਲਾਂ ਤਾਂ ਮੈਂ ਆਪ ਦੇ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ। ਦੂਸਰਾ, ਤੁਹਾਡਾ ਕੁਐਸਚਨ ਮੈਂ ਬਾਅਦ 'ਚ, ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਕਿ ਅੱਜ ਇਹ ਪਟਿਆਲਾ ਤਹਿਸੀਲ ਜਾਂ ਜ਼ਿਲ੍ਹਾ ਪਟਿਆਲਾ ਜਾਂ ਕਮ ਤੇ ਕਮ ਵੀ 16 ਜ਼ਿਲ੍ਹਿਆਂ ਨੇ ਉਰੇ ਅੱਜ ਭਗਵੰਤ ਮਾਨ ਸਾਹਿਬ ਦਾ ਘਿਰਾਓ ਕਰਨਾ ਸੀ ਜੀ, ਕਿ ਇਹ ਜਿਹੜਾ ਐਜੂਕੇਸ਼ਨ ਅੱਜ ਤੁਸੀਂ ਇਹ ਦਿਖਾ ਰਹੇ ਹੋ ਪੂਰੇ ਵਰਲਡ ਨੂੰ, ਇਹਦੇ ਵਿੱਚ ਸਾਡੇ ਜਿਹੜੇ ਸੁਪਰਵਾਈਜ਼ਰ ਸਾਹਿਬ ਭਜਨ ਪ੍ਰਕਾਸ਼ ਸਾਹਿਬ ਇਹ ਖੜੇ ਨੇ, ਇਹਨਾਂ ਨੇ ਆਪਣਾ ਦਿਮਾਗ ਲਗਾਇਆ, ਅਸੀਂ ਨੇ ਆਪਣਾ ਦਿਮਾਗ ਲਗਾਇਆ। ਕਿਉਂ ਅਸੀਂ ਆਪਣੀ ਭਾਸ਼ਾ ਵਿਭਾਗ, ਖਾਸ ਕਰਕੇ ਬਲਵਿੰਦਰ ਸਰ ਸਾਡੇ ਪੁਰਾਣੇ ਰਿਟਾਇਰ GOG, ਔਰ ਇਹਨਾਂ ਨੇ MLA ਸਾਹਿਬ ਦੀ ਵੀ ਸੀਟ ਲੜੀ ਵੀ ਹੈ। ਇਹ ਬਹੁਤ ਜੁਝਾਰੂ ਬਹਾਦਰ ਸਿੰਘ ਬੁੱਟਰ ਜੀ, ਇਹਨਾਂ ਨੇ ਮਤਲਬ MLA ਸਾਹਿਬ ਦੀ ਵੀ ਸੀਟ ਲੜੀ ਹੈ। ਅਸੀਂ ਉਹ ਸਾਡੇ ਅੰਦਰ ਇੰਨੀ ਕਾਬਲੀਅਤ ਰੱਖਦੇ ਹਾਂ ਕਿ ਅਸੀਂ ਇਹਨਾਂ ਨੂੰ ਬਰਾਬਰ ਖੜ ਕੇ ਵੀ ਸੀਟ ਲੜ ਸਕਦੇ ਹਾਂ। ਲੇਕਿਨ ਅੱਜ ਅਸੀਂ ਨੇ ਇਹ ਸਾਡਾ ਪੰਜਾਬ ਦਾ ਭਾਸ਼ਾ ਵਿਭਾਗ ਦਾ ਇੱਕ ਬਹੁਤ ਵੱਡਾ ਸੰਗਰਾਮ, ਉਹ ਅਸੀਂ ਭਗਵੰਤ ਮਾਨ ਸਾਹਿਬ ਨੇ 20 ਸਾਲ ਤੋਂ ਬਾਅਦ ਆਉਣਾ ਸੀ। ਅਸੀਂ ਨੇ ਸਾਰਿਆਂ ਨੇ ਕੁੱਲ ਮਿਲਾ ਕੇ ਜਿੰਨਾ ਵੀ ਤੁਸੀਂ ਦੇਖ ਰਹੇ ਹੋ, ਇਹਨਾਂ ਨੇ ਸਾਰਿਆਂ ਨੇ ਆਪਣਾ ਦਿਮਾਗ ਲਗਾਇਆ ਕਿ ਨਹੀਂ, ਆਪਾਂ ਆਪਣੇ ਪੰਜਾਬ ਦੀ ਉਰੇ ਬੇਇੱਜ਼ਤੀ ਨਹੀਂ ਕਰਨੀ, ਖਾਸ ਕਰਕੇ ਮਹਾਰਾਜਾ ਪਟਿਆਲਾ ਸਾਹਿਬ ਦੀ, ਕਿਉਂਕਿ ਮਹਾਰਾਜਾ ਪਟਿਆਲਾ ਸਾਹਿਬ ਕੈਪਟਨ ਅਮਰਿੰਦਰ ਸਾਹਿਬ ਦੀ ਖੜਾਈ ਕਰੀ ਹੋਈ ਸੈਨਾ, ਔਰ ਇਸ ਸੈਨਾ ਦੀ ਅਸੀਂ ਉਹਨਾਂ ਦੇ ਦਿਮਾਗ 'ਚ ਉਹਨਾਂ ਦੇ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਅਸੀਂ ਨੇ ਇਹ ਜਿਹੜਾ ਵੀ ਲਾਲ ਪੱਗਾਂ ਵਾਲੇ ਬੰਨ੍ਹ ਕੇ ਬਾਹਰ ਆਰਾਮ ਨਾਲ ਇਹਨਾਂ ਨੂੰ ਗੇਟ 'ਤੇ ਰੋਕ ਲੈਂਦੇ। ਨਹੀਂ ਤਾਂ ਤੁਸੀਂ ਦੇਖਿਆ ਹੋਣਾ, ਸੰਗਰੂਰ ਵੀ ਦੇਖਿਆ ਹੋਣਾ, ਉਸ ਤੋਂ ਬਾਅਦ ਲਹਿਰਾ ਗਾਗਾ ਵੀ ਦੇਖਿਆ ਹੋਣਾ, ਅਸੀਂ ਉਹ ਇੱਥੇ ਵੀ ਕਰ ਸਕਦੇ, ਲੇਕਿਨ ਨਹੀਂ,
ਸਾਡੇ ਜਿਹੜੇ ਦਿਮਾਗ ਨੇ ਇਹ ਫੌਜੀ ਨੂੰ ਜੋ ਮਰਜ਼ੀ ਕਹਿਣ, ਲੇਕਿਨ ਅੱਜ ਅਸੀਂ ਨੇ ਉਸ ਚੀਜ਼ ਦਾ ਅੰਦਰ ਬੈਠ ਕੇ ਆਰਾਮ ਨਾਲ ਅਸੀਂ ਨੇ ਇਹ ਪ੍ਰੋਗਰਾਮ ਦੇਖਿਆ ਕਿ ਤਾਂ ਸਾਨੂੰ ਇਹ ਸੀ ਵੀ ਭਗਵੰਤ ਮਾਨ ਸਾਹਿਬ ਆਣਗੇ ਔਰ ਆਉਣ ਤੋਂ ਬਾਅਦ ਅਸੀਂ ਨੇ ਖੜੇ ਹੋ ਕੇ ਆਰਾਮ ਨਾਲ ਉਹਨਾਂ ਤੋਂ ਪੁੱਛਣਾ ਸੀ, ਸ਼੍ਰੀਮਾਨ ਜੀ ਤੁਸੀਂ ਇਹ ਫੌਜੀਆਂ ਨਾਲ ਗੱਲ ਕਰਨਾ ਕਿਉਂ ਨਹੀਂ ਚਾਹੁੰਦੇ, ਖਾਸ ਕਰਕੇ ਜੀਓ ਸਾਹਿਬ ਨਾਲ ਤੁਸੀਂ ਇੱਕ ਵਾਰੀ ਬੈਠ ਕੇ ਸਾਡੇ ਨਾਲ ਗੱਲ ਕਰੋ। ਗੱਲ ਕਰਨ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੀ ਕਾਬਲੀਅਤ ਕੀ ਆ। ਅਸਫਲ ਕੌਣ ਨੇ? ਅਸਫਲ ਨੇ ਇਹਨਾਂ ਦਾ ਮਹਿਕਮਾ, ਜਿਹੜਾ ਇਹਨਾਂ ਦਾ ਮਹਿਕਮਾ ਉਹ ਅਸਫਲ ਆ ਜਿਨ੍ਹਾਂ ਨੇ ਸਾਡੀ ਜਿੰਨੀ ਵੀ ਰਿਪੋਰਟਾਂ ਨਹੀਂ ਦੇਖੀ, ਔਰ ਉਹ ਰਿਪੋਰਟ ਅਗਰ ਦੇਖ ਲੈਂਦੇ ਮੇਰਾ ਪੰਜਾਬ ਅੱਜ ਧਰਨਿਆਂ ਤੇ ਨਹੀਂ ਬੈਠਦਾ, ਸੜਕਾਂ ਤੇ ਨਹੀਂ ਬੈਠਦਾ, ਕਿਉਂਕਿ ਉਹ ਰਿਪੋਰਟਾਂ ਦੇਖਣੀਆਂ ਬਹੁਤ ਜ਼ਰੂਰੀ ਨੇ। ਔਰ ਜੀਓ ਨੂੰ ਖਾਸ ਕਰਕੇ ਬਹਾਲ ਕਰਾਓ। ਮੈਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ। ਬਾਕੀ ਤੁਹਾਡਾ ਜਿਹੜਾ ਸਵਾਲ ਆ ਸਰ ਦੁਬਾਰਾ ਮੇਰੇ ਤੋਂ ਪੁੱਛ ਸਕਦੇ ਹੋ ਸਰ। ਜੀ, ਜੇਕਰ ਮਸਲਾ ਹੱਲ ਨਹੀਂ ਹੁੰਦਾ, ਤੁਸੀਂ ਕਹਿ ਰਹੇ ਹੋ ਕਿ ਵੀ ਚੋਣ ਲੜਨ ਦੇ ਕਾਬਲ ਵੀ ਹੋ, ਅੱਗੇ ਇਲੈਕਸ਼ਨ ਆ ਰਹੀ ਆ, ਕਿਵੇਂ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹਨਾਂ ਦਾ ਇਲੈਕਸ਼ਨ ਵਿੱਚ ਵੀ ਵਿਰੋਧ ਹੋਵੇਗਾ? ਯੈਸ, ਇਲੈਕਸ਼ਨ 'ਚ ਵੀ ਵਿਰੋਧ ਹੋਏਗਾ। ਔਰ ਦੂਸਰਾ ਅਸੀਂ ਇੱਕ ਜਰਨਲ ਸਾਹਿਬ ਦੀ ਇਹ ਸੈਨਾ, ਇਹ ਕਿਸੇ ਨੂੰ ਵੀ ਸ਼ੱਕ ਨਹੀਂ ਹੋਣਾ ਚਾਹੀਦਾ, ਅਫਸਰ ਜੇਸੀਓ ਔਰ ਜਵਾਨ ਇਹ ਮਿਲ ਕੇ ਤਿੰਨੋਂ ਸੰਘਰਸ਼ ਨੂੰ ਲੜਨਗੇ ਔਰ ਅੱਗੇ ਖੜਨਗੇ। ਜਿੱਥੇ ਵੀ ਅਸੀਂ ਖੜਨਾ ਉੱਥੇ ਖੜਨਗੇ, ਕਿਉਂਕਿ ਅਸੀਂ ਨੇ ਚਾਈਨਾ ਨੂੰ, ਪਾਕਿਸਤਾਨ ਨੂੰ ਹੁਣ ਵੀ ਅੱਜ ਵੀ, ਨਹੀਂ ਤਾਂ ਤੇਜ ਕਿਨੋਂ ਸੀ ਸਰ, ਤੇਜ ਕਿਨੋਂ ਜਿਹੜਾ ਮੁੰਡਾ ਆਪਣਾ ਮਾਰਿਆ ਗਿਆ ਸੀ ਹੈ ਤੇਜ ਬਹਾਦਰ ਕਿਨੋਂ, ਹਾਂ ਚਲੋ ਜੋ ਵੀ, ਮਤਲਬ ਅਸੀਂ ਨੇ ਚਾਈਨਾ ਨੂੰ ਔਰ ਪਾਕਿਸਤਾਨ ਨੂੰ 1 ਇੰਚ ਵੀ ਆਪਣੀ ਜ਼ਮੀਨ ਨਹੀਂ ਦੇ ਰਹੇ ਹੁਣ ਵੀ। ਜਦੋਂ ਅਸੀਂ ਪਾਕਿਸਤਾਨ ਨੂੰ ਨਹੀਂ ਕੁਝ ਦੇ ਸਕਦੇ, ਚਾਈਨਾ ਨੂੰ ਦੇ ਸਕਦੇ, ਆਪਾਂ ਕੀ ਅਸੀਂ ਪੰਜਾਬ ਤੋਂ ਨਹੀਂ ਆਪਣਾ ਹੱਕ ਮੰਗ ਸਕਦੇ? ਅਸੀਂ ਨੇ ਵਰਦੀ ਪਾਈ ਸੀ, ਇਸ ਵਰਦੀ ਦੀ ਸ਼ਾਨ ਔਰ ਇੱਜ਼ਤ ਅਸੀਂ ਨੇ ਇਮਾਨਦਾਰ ਨਾਲ 5 ਸਾਲ ਨਿਭਾਈ। ਸਾਡਾ ਕੋਈ ਵੀ ਇੱਕ ਜੀਓ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਕਹਿ ਦੇ ਕੋਈ ਮੰਤਰੀ ਜਾਂ ਕੋਈ ਕਹਿ ਦੇ ਕੋਈ ਡੀਸੀ ਜਾਂ ਕਹਿ ਦੇ ਕੋਈ ਐਸਡੀਐਮ ਜਾਂ ਕੋਈ ਕਹਿ ਦੇ ਪਿੰਡ ਦਾ ਸਰਪੰਚ, ਅਸੀਂ ਉਸ ਦੀ ਅੱਜ ਵੀ ਸਵਾਲ ਜਵਾਬ ਕਰਨ ਨੂੰ ਤਿਆਰ ਹਾਂ। ਇਹ ਕਿਸੇ ਨੇ ਵੀ ਆਪਣੀ ਗੱਡੀ ਦੇ ਵਿੱਚ ਤੇਲ ਨਹੀਂ ਪਵਾਇਆ, ਕਿਸੇ ਤੋਂ ਜਾ ਕੇ ਕਿਸੇ ਦਾ ਚਾਹ ਦਾ ਕੱਪ ਨਹੀਂ ਪੀਤਾ। ਇਮਾਨਦਾਰ ਫੌਜੀ ਇਮਾਨਦਾਰੀ ਰਹੇਗੀ। ਅਗਰ ਜੀਓ ਨੂੰ ਬਹਾਲ ਨਹੀਂ ਕਰਦੇ ਤਾਂ ਇਸ ਤੋਂ ਵੀ ਵੱਡਾ ਬਹੁਤ ਬੜਾ ਇਹਨਾਂ ਦਾ, ਪਹਿਲਾਂ ਤਾਂ ਉੱਥੇ ਹਰੀ ਚੁੰਨੀਆਂ ਔਰ ਪੀਲੀਆਂ ਚੁੰਨੀਆਂ ਬੈਠ ਕੇ ਬੀਬੀਆਂ ਬੈਠੀ ਸੀ, ਹੁਣ ਅਸੀਂ ਭਗਵੰਤ ਮਾਨ ਸਾਹਿਬ ਦੀ ਚਾਹੇ ਚੰਡੀਗੜ੍ਹ ਬੈਠਣਾ ਪਵੇ ਚਾਹੇ ਸਾਨੂੰ ਸੰਗਰੂਰ ਬੈਠਣਾ ਪਵੇ, ਸਾਰਿਆਂ ਨੂੰ ਲਾਲ ਚੁੰਨੀਆਂ ਬਣਾਵਾਂਗੇ ਜਿੰਨੀਆਂ ਔਰਤਾਂ ਸਾਡੇ ਨਾਲ ਆਉਣਗੀਆਂ। ਔਰ ਸਾਡੇ ਜਿੰਨੇ ਵੀ ਬਾਈ ਨੇ ਇਹ ਸਰਦਾਰ ਸਾਹਿਬਾਂ ਪੂਰੀ ਲਾਲ ਪੱਗਾਂ, ਇਹਨਾਂ ਨੂੰ ਤਾਂ ਰਾਤ ਨੂੰ ਵੀ ਸੁਪਨੇ ਆਉਣਗੇ ਆ ਕਿੱਥੇ ਲਾਲ ਪੱਗਾਂ ਵਾਲੇ ਅੱਜ ਕਿਉਂ ਨਹੀਂ ਆਏ, ਉਹ ਮੈਂ ਉਹਦੇ ਬਾਰੇ ਨਹੀਂ ਦੱਸਦਾ ਪ੍ਰੋਗਰਾਮ ਬਾਰੇ, ਲੇਕਿਨ ਸਾਨੂੰ ਪ੍ਰੋਗਰਾਮ ਸੀ ਇੱਥੇ ਮਿਲਿਆ ਵਾ 10 ਵਜੇ ਦਾ, ਤਾਂ 10 ਵਜੇ ਦਾ ਪ੍ਰੋਗਰਾਮ ਕਿਉਂ ਕੈਂਸਲ ਹੋਇਆ? ਅਸੀਂ ਭਗਵੰਤ ਮਾਨ ਸਾਹਿਬ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਉਹਨਾਂ ਦਾ ਬਹੁਤ ਆਦਰ ਮਾਨ ਸਤਿਕਾਰ ਕਰਦੇ ਹਾਂ। ਔਰ ਸਾਡੇ ਸਾਰੇ ਜਿੰਨੇ ਵੀ ਜੀਓ ਨੇ 80% ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈ ਸੀ, ਕਿਉਂਕਿ ਸਾਡੇ ਪੰਜਾਬ ਨੂੰ ਅਸੀਂ ਦੁਬਾਰਾ ਇਹ ਇਲੈਕਸ਼ਨਾਂ 'ਚ ਨਹੀਂ ਵੜਨਾ ਚਾਹੁੰਦੇ, ਔਰ ਨਾ ਹੀ ਉੱਥੇ ਅਸੀਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਾਉਣਾ ਚਾਹੁੰਦੇ। ਕਿਉਂ ਨਹੀਂ ਕਰਾਉਣਾ ਚਾਹੁੰਦੇ? ਕਿਉਂਕਿ ਮੇਰਾ ਪੰਜਾਬ ਪਹਿਲਾਂ ਹੀ ਕਰਜ਼ੇ ਨਾਲ ਡੁੱਬਿਆ ਵਾ, ਹੁਣ ਇਹਨਾਂ ਨੇ ਵਾਅਦੇ ਦਾ ਕਰ ਲੈਂਦੇ ਆ 1000, ਪਰ ਕਰਜ਼ਾ ਦਾ ਸਰਕਾਰ ਨੇ ਹੁਣ ਫੇਰ ਚੱਕ ਲਿਆ ਜੀ। ਹਾਂ ਕਰਜ਼ਾ ਚੱਕ ਲਿਆ ਸਰ, ਉਹੀ ਤਾਂ ਗੱਲ ਆਉਣ ਵਾਲੀ ਸਰਕਾਰ ਨੂੰ ਫਿਰ ਕਹਿ ਦੇਣਗੇ। ਤੁਸੀਂ ਤਾਂ ਉਮੀਦ ਕਰੀ ਸੀਗੀ ਵੀ ਇਹ ਸਰਕਾਰ ਬਿਨਾਂ ਕਰਜ਼ੇ ਚਲਾ ਲੂਗੀ, ਤੇ ਇੱਥੋਂ ਤੱਕ ਇਹਨਾਂ ਦੇ ਮੰਤਰੀਆਂ ਨੇ ਵੀ ਦਾਅਵਾ ਕੀਤਾ ਸੀ ਕਿ ਅਸੀਂ ਇਹੋ ਜਿਹੀਆਂ ਪਾਲਿਸੀਆਂ ਬਣਾਵਾਂਗੇ ਕਿ ਕਰੋੜਾਂ ਰੁਪਏ ਦਾ ਉੱਚ ਮੁਨਾਫਾ ਹੋਊਗਾ, ਪਰ ਕਿੱਥੇ ਗਏ ਉਹ ਵਾਅਦੇ ਜੀ? ਉਹ ਸਰ ਸਾਰੇ ਵਾਅਦੇ ਆ ਨਾ, ਜਦੋਂ ਇਹ ਇਲੈਕਸ਼ਨ ਲੜਨਾ ਹੁੰਦਾ ਇਹ ਕੁਝ ਵੀ ਵਾਅਦੇ ਕਰ ਲੈਣਗੇ। ਮੈਂ ਗੁਜਰਾਤ ਦੇ ਵਿੱਚ ਗੱਲ ਕੀਤੀ ਆਪਣੇ ਸਾਡੀ ਸਾਬਕਾ ਸੈਨਿਕ ਨਾਲ, ਸਾਡੇ ਸਾਬਕਾ ਸੈਨਿਕ ਉੱਥੇ ਵੀ ਸਾਡੀ ਜਥੇਬੰਦੀਆਂ ਆਪਣਾ ਹਰਿਆਣੇ 'ਚ ਵੀ ਨੇ ਔਰ ਹਿਮਾਚਲ 'ਚ ਵੀ ਨੇ। ਉਹ ਕੀ ਕਹਿੰਦੇ ਵੀ ਅਸੀਂ ਨੇ ਤਾਂ ਬਦਲਾਅ ਕਰਨਾ, 27 ਸਾਲ ਤੋਂ ਅਸੀਂ ਬੀਜੇਪੀ ਤੋਂ ਤੰਗ ਆ, ਬੀਜੇਪੀ ਤੋਂ ਤੰਗ ਆ। ਮੈਂ ਕਿਹਾ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਸਿਲੈਕਸ਼ਨ ਕਰੋਗੇ? ਕਹਿੰਦਾ ਆਮ ਆਦਮੀ ਪਾਰਟੀ ਨੂੰ ਅਸੀਂ ਵੜਨ ਵੀ ਨਹੀਂ ਦਿੰਦੇ। ਇਹ ਸਿਰਫ ਲੋਕ ਦਿਖਾਵਾ, ਕਿਉਂਕਿ ਆਪਣੇ ਜੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਕਮੇਡੀਅਨ ਨੇ, ਕਲਾਕਾਰ ਨੇ, ਉਹਦੀ ਕਲਾਕਾਰੀ ਸੁਣਨ ਵਾਸਤੇ ਲੋਕ ਆਉਂਦੇ ਨੇ। ਜੇ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਸਾਡੇ ਸਾਬਕਾ ਸੈਨਿਕ ਇੱਕ ਜਿਵੇਂ ਅੱਜ ਤੁਸੀਂ ਨੇ ਰੱਖਿਆ ਐਜੂਕੇਸ਼ਨ ਵਾਲਿਆਂ ਨੇ ਬਹੁਤ ਵਧੀਆ ਸਗਾਮ ਰੱਖਿਆ, ਇਹ ਸਾਡੇ ਆਰਮੀ ਵਾਲੇ ਇੱਕ ਇਹੋ ਜਿਹਾ ਪ੍ਰੋਗਰਾਮ ਬਣਾਉਣ ਔਰ ਬਣਾ ਕੇ ਇਕੱਠੇ ਹੋਣ, ਔਰ ਫਿਰ ਅਸੀਂ ਦੱਸਾਂਗੇ ਸਾਡੇ ਆਰਮੀ ਵਾਲਿਆਂ ਦੇ ਅੰਦਰ ਕਿੰਨਾ ਬਲ ਔਰ ਕਿੰਨਾ ਉਤਾਰ, ਇਹ ਕਿੱਥੇ ਇਲੈਕਸ਼ਨ ਜਿੱਤ ਸਕਦੇ ਆ। ਨਹੀਂ ਸਰ, ਇਹ ਕਮੇਡੀਅਨ ਸਾਹਿਬ ਦੱਸਣ ਦਾ ਮੌਕਾ ਨਹੀਂ ਨਾ ਦੇ ਰਹੇ। ਜੇਕਰ ਸਾਨੂੰ ਇਹ ਸਾਡੀ ਗੱਲ ਜਿੱਥੇ ਵੀ ਅਸੀਂ ਇਕੱਠੇ ਹੁੰਨੇ ਆ, ਪਹਿਲਾਂ ਅਸੀਂ ਬਟਾਲ ਕਲਾਂਗੇ ਪਿੰਡ ਦੇ ਵਿੱਚ ਗੈਸ ਪ੍ਰੋਜੈਕਟ ਦਾ ਉਦਘਾਟਨ ਕਰਨ ਆਏ ਸੀ ਸੀਐਮ ਸਾਹਿਬ, ਉੱਥੇ ਸਾਨੂੰ ਡੀਐਸਪੀ ਸਾਹਿਬ ਔਰ ਐਸਐਸਪੀ ਸਾਹਿਬ ਨੇ ਕਿਹਾ, ਐਸਐਸਪੀ ਸਾਹਿਬ ਨੇ ਸਾਰੇ ਪੁਲਿਸ ਅਧਿਕਾਰੀ ਸਾਡੀ ਵਰਦੀ ਦੀ ਗੱਲ ਕਰਾਈ ਜਾਏਗੀ ਕਿ ਤੁਸੀਂ ਗੱਲ ਕਰਾਵਾਂਗੇ, ਤੁਹਾਨੂੰ ਮੌਕਾ ਦਿੱਤਾ ਜਾਏਗਾ, ਤੁਸੀਂ ਸਾਨੂੰ ਵੇਟ ਕਰੋ, ਤੁਹਾਡਾ ਕਹਿਣਾ ਨਹੀਂ। ਅਸੀਂ ਉੱਥੇ ਕਾਲੀਆਂ ਝੰਡੀਆਂ ਲੈ ਕੇ ਗੇਟ ਤੇ ਖੜੇ, ਸਾਡੇ 5 ਬੰਦੇ ਬੁਲਾਏ, ਉਹਨਾਂ ਨੇ ਗੱਲ ਕਰਕੇ ਸਾਨੂੰ ਟਾਲ ਦਿੱਤਾ ਕਿ ਤੁਹਾਨੂੰ ਐਸਐਸਪੀ ਸਾਹਿਬ ਔਰ ਡੀਸੀ ਸਾਹਿਬ ਟਾਈਮ ਦੇ ਦੇਣਗੇ, ਤੁਸੀਂ ਮੇਰੀ ਕੋਠੀ ਆਓ ਚੰਡੀਗੜ੍ਹ, ਨਾਲੇ ਬਹਿ ਕੇ ਚਾਹ ਪੀਵਾਂਗੇ ਨਾਲੇ ਗੱਲ ਕਰਾਂਗੇ। ਮੁੜ ਕੇ ਉਹ ਗੱਲ ਜਦੋਂ ਟਾਈਮ ਆਇਆ ਗੱਲ ਕਰਨ ਦਾ, ਕਹਿੰਦੇ ਜੀ ਸੀਐਮ ਸਾਹਿਬ ਗੱਲ ਨਹੀਂ ਕਰ ਸਕਦੇ, ਉਹ ਪੰਜਾਬ ਤੋਂ ਬਾਹਰ ਨੇ। ਉਸ ਤੋਂ ਬਾਅਦ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮਸਲੇ ਅੱਜ ਵੀ ਉੱਥੇ ਦੀ ਉੱਥੇ ਹੀ ਖੜੇ ਨੇ, ਹਾਲਾਂਕਿ ਸਰਕਾਰ ਨੂੰ 9 ਮਹੀਨੇ ਹੋਏ ਨੇ। ਸੋ ਉੱਥੇ ਹੀ ਜਿੱਥੇ ਅੱਜ ਸੀਐਮ ਸਾਹਿਬ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਪਰ ਅਚਾਨਕ ਜਿਹੜਾ ਉਹਨਾਂ ਦਾ ਪ੍ਰੋਗਰਾਮ ਰੱਦ ਹੋ ਜਾਂਦਾ ਤੇ ਉਹ ਜਗਰਾਓਂ ਚਲੇ ਜਾਂਦੇ ਨੇ। ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਦਿਖਾਵਾਂਗੇ ਕਿ
ਜਿਹੜੀਆਂ ਲੋਕਾਂ ਦੀਆਂ ਮੰਗਾਂ ਸੀਗੀਆਂ ਉਹ ਉੱਥੇ ਦੀਆਂ ਉੱਥੇ ਹੀ ਬਣੀਆਂ ਹੋਈਆਂ ਨੇ। ਸੋ ਕਿਤੇ ਨਾ ਕਿਤੇ ਜੋ ਲੋਕਾਂ ਦੀਆਂ ਮੰਗਾਂ ਤੋਂ ਕਹਿ ਸਕਦੇ ਆ ਕਿ ਸੀਐਮ ਸਾਹਿਬ ਦਾ ਜੋ ਦੂਰ ਧਿਆਨ ਜ਼ਰੂਰ ਹੋ ਰਿਹਾ। ਹਾਲਾਂਕਿ ਸਰਕਾਰ 9 ਮਹੀਨੇ ਹੋਏ ਨੇ ਬਣੇ ਨੂੰ। ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਸਰਕਾਰ ਇਹਨਾਂ GOG ਦੀ ਮੰਗ ਪੂਰੀ ਕਰਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਸੰਘਰਸ਼ ਕਰਨਾ ਪਵੇਗਾ। ਧੰਨਵਾਦ।